ਨੈਕਸਟ ਇਜ਼ ਮੈਥਡਸ ਆਫ ਟਰਾਂਸਫਰ ਆਫ ਹੀਟ। ਹੁਣ ਹੀਟ ਨੂੰ ਕਿਵੇਂ ਟਰਾਂਸਫਰ ਹੁੰਦੀ ਆ, ਠੀਕ ਆ, ਇੱਕ ਫੋਰਮ ਤੋਂ ਦੂਸਰੀ ਫੋਰਮ ਦੇ ਵਿੱਚ, ਉਹ ਸਾਡੇ ਕੋਲ 3 ਡਿਫਰੈਂਟ ਵੇਜ਼ ਨੇ ਜਿਹਦੇ ਦੁਆਰਾ ਹੀਟ ਇੱਕ ਫੋਰਮ ਤੋਂ ਦੂਸਰੀ ਫੋਰਮ 'ਚ ਟਰਾਂਸਫਰ ਹੁੰਦੀ ਆ। ਦੈਟ ਇਜ਼ 3 ਟਾਈਪਸ ਕੀ ਨੇ? ਕੰਡਕਸ਼ਨ, ਕਨਵੈਕਸ਼ਨ ਐਂਡ ਰੇਡੀਏਸ਼ਨ। ਕੰਡਕਸ਼ਨ ਟਰਾਂਸਫਰ ਆਫ ਹੀਟ ਥਰੂ ਅ ਸੋਲਿਡ ਆਬਜੈਕਟ। ਪਤਾ ਸੋਲਿਡਸ ਦੇ ਵਿੱਚ ਹੁੰਦੀ ਆ, ਹੌਟ ਟੂ ਕੋਲਡ ਰੀਜਨ ਜਾਊਗੀ ਪਰ ਹੁੰਦੀ ਸੋਲਿਡ 'ਚ, ਇਹਨੂੰ ਕੰਡਕਸ਼ਨ ਕਹਿ ਦਿੰਦੇ ਆ। ਕੰਡਕਸ਼ਨ ਦੇਅਰ ਇਜ਼ ਨੋ ਵਿਜ਼ੀਬਲ ਮੂਵਮੈਂਟ ਆਫ ਹੀਟ। ਤੁਸੀਂ ਤੁਹਾਨੂੰ ਵਿਜ਼ੀਬਲੀ ਕੁਛ ਨਹੀਂ ਦਿਸਦਾ ਆ। ਜੇ ਲੱਕੜ ਦਾ ਇਹ ਪਾਸਾ ਗਰਮ ਹੋ ਗਿਆ ਨਾ, ਗਰਮ ਕਰਤਾ ਤਾਂ ਹੌਲੀ ਹੌਲੀ ਇਹਨੇ ਅੱਗੇ ਨੂੰ ਵੱਧ ਹੀ ਆਉਣਾ ਇੱਧਰ ਨੂੰ। ਮੈਂ ਜਦੋਂ ਇਹ ਪਾਸਾ ਗਰਮ ਹੋ ਰਿਹਾ, ਇਹ ਬਹੁਤ ਜ਼ਿਆਦਾ ਗਰਮ ਹੋ, ਇੱਥੇ ਹੱਥ ਲਾ ਕੇ ਦੇਖੂ ਘੱਟ ਹੋਊ, ਇੱਥੇ ਲਾ ਕੇ ਦੇਖੂ ਤਾਂ ਘੱਟ ਹੋ। ਸਮਝ ਗਏ? ਇਹਦੇ 'ਚ ਸਾਨੂੰ ਵਿਜ਼ੀਬਲ ਮੂਵਮੈਂਟ ਹੀਟ ਦੀ ਨਹੀਂ ਦਿਸਦੀ ਹੁੰਦੀ। ਇਸ ਨੂੰ ਸਮਝਾਉਣ ਲਈ ਉਹਨਾਂ ਨੇ ਦੇ ਹੈਵ ਟੇਕਨ ਐਨ ਐਗਜ਼ਾਮਪਲ ਆਫ ਐਕਟੀਵਿਟੀ। ਐਕਟੀਵਿਟੀ ਲਈ ਆ ਕੀ ਆ, ਉਹਨਾਂ ਨੇ ਕਹਿੰਦੇ ਇੱਕ ਤੁਸੀਂ ਕੈਂਡਲ ਜਲਾ ਲਓ, ਕੈਂਡਲ ਦੇ ਉੱਪਰ ਇੱਕ ਸਟੀਲ ਦਾ ਸਪੂਨ ਰੱਖੋ, ਉਹਨੂੰ ਗਰਮ ਕਰੋ। ਤੁਸੀਂ ਦੇਖੋਗੇ ਇਹ ਚੀਜ਼ ਥੋੜ੍ਹੇ ਸਮੇਂ ਬਾਅਦ ਉਹਦਾ ਆਹ ਹੈਂਡਲ ਵੀ ਗਰਮ ਹੋ ਜਾਂਦਾ ਆ। 2-3 ਮਿੰਟ ਲਈ ਇਹਨੂੰ ਇਸ ਤਰ੍ਹਾਂ ਰੱਖੋ, ਯੂ ਵਿਲ ਫੀਲ ਦ ਹੈਂਡਲ ਆਫ ਸਪੂਨ ਇਜ਼ ਗੈਟਿੰਗ ਵਾਰਮ। ਕਿਉਂ ਵਾਰਮ ਹੋਇਆ? ਬਿਕੋਜ਼ ਹੀਟ ਟਰੈਵਲਡ ਬਾਈ ਕੰਡਕਸ਼ਨ ਫਰੋਮ ਦ ਹੀਟਡ ਐਂਡ, ਆ ਹੀਟਡ ਐਂਡ ਟੂ ਹੈਂਡਲ ਆਫ ਦ ਸਪੂਨ। ਸੋ ਇਹਦਾ ਐਕਸਪਲੇਨੇਸ਼ਨ ਕੀ ਨਿਕਲੀ? ਮੋਲੀਕਿਊਲਸ ਇਨ ਸੋਲਿਡ ਆਬਜੈਕਟ ਹੈਵ ਵੈਰੀ ਲਿਟਲ ਸਪੇਸ। ਹੁਣ ਸੋਲਿਡ ਦੇ ਵਿੱਚ ਤਾਂ ਸਪੇਸ ਹੁੰਦੀ ਓ ਨਹੀਂ, ਬਹੁਤ ਘੱਟ ਹੁੰਦੀ ਆ, ਟਾਈਟਲੀ ਬੈਠੇ ਹੁੰਦੇ ਨੇ ਮੋਲੀਕਿਊਲਸ। ਕਰਵਾਇਆ ਇਹ ਤੁਹਾਨੂੰ 5th ਦੇ ਵਿੱਚ, 6th ਦੇ ਵਿੱਚ ਵੀ ਕਰਵਾਇਆ ਹੋਣਾ ਆ। ਦੇ ਰਿਮੇਨ ਇਨ ਰੈਂਡਮ ਮੋਸ਼ਨ ਐਟ ਦੇਅਰ ਫਿਕਸਡ ਪੋਜੀਸ਼ਨ। ਉਹ ਉੱਥੇ ਹੀ ਖੜੇ ਹਿੱਲੀ ਜਾਂਦੇ ਨੇ, ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ। ਕਿਉਂ? ਟਾਈਟਲੀ ਬੈਠੇ ਆ। ਇਹਦੀ ਐਗਜ਼ਾਮਪਲ ਆ, ਤੁਸੀਂ ਕਲਾਸ ਦੇ ਵਿੱਚ ਟਾਈਟਲੀ ਬੈਠੇ ਹੋਵੋਗੇ। ਜੇ ਤੁਸੀਂ ਕਲਾਸ 'ਚ ਟਾਈਟਲੀ ਬੈਠੇ ਹੋਵੋਗੇ, ਤੁਸੀਂ ਆਪਣੀ ਸੀਟ ਨਹੀਂ ਛੱਡੋਗੇ। ਕਿਉਂ? ਕੋਈ ਹੋਰ ਮਤਲਬ ਕਿ ਕੋਈ ਹੋਰ ਆ ਕੇ ਬੈਠ ਜੂਗਾ, ਤੁਹਾਨੂੰ ਸੀਟ ਨਹੀਂ ਮਿਲਣੀ, ਹੈ ਨਾ? ਤਾਂ ਤੁਸੀਂ ਆਪਣੀ ਸੀਟ 'ਤੇ ਹੀ ਬੈਠੇ ਆ। ਜੇ ਤੁਹਾਡਾ ਹਿੱਲਣ ਨੂੰ ਮਨ ਕਰੂ, ਇੱਧਰ ਨੂੰ ਹੋ ਜਾਓਗੇ, ਇੱਧਰ ਨੂੰ ਹਿੱਲੋਗੇ, ਇੱਧਰ ਨੂੰ। ਜਿਸ ਤਰ੍ਹਾਂ ਤੁਸੀਂ ਕਲਾਸ 'ਚ ਵੈਸੇ ਵੀ ਸਾਰਾ ਦਿਨ ਡਾਂਸ ਕਰਦੇ ਹੋ, ਹੈ ਨਾ, ਬੈਠੇ ਬੈਠੇ ਵਾਲਾ ਡਾਂਸ। ਆਪਣਾ ਇਸ਼ਪ੍ਰੀਤ ਥੋੜ੍ਹਾ ਜਿਹਾ ਜ਼ਿਆਦਾ ਕਰਦਾ ਆ, ਚਲੋ ਤੁਹਾਨੂੰ ਵੀ ਥੋੜ੍ਹੀ ਜਿਹੀ ਨਾਲੇ ਮੈਂ ਕਲਾਸ ਦੀ ਯਾਦ ਦਵਾ ਦਿੰਦੀ ਹਾਂ, ਹੈ ਨਾ। ਇਸ਼ਪ੍ਰੀਤ ਜ਼ਿਆਦਾ ਹਿੱਲਦਾ ਆ ਬੈਠਾ ਬੈਠਾ ਹੀ। ਉਵੇਂ ਹੀ ਜਿਹੜੇ ਸੋਲਿਡ ਦੇ ਵਿੱਚ ਮੋਲੀਕਿਊਲਸ ਨੇ, ਉਹ ਆਪਣੀ ਸੀਟ 'ਤੇ ਹਿੱਲਦੇ ਹੀ ਨੇ, ਉੱਥੋਂ ਉੱਠ ਕੇ ਨਹੀਂ ਜਾਂਦੇ। ਤਾਂ ਉਹ ਕਹਿੰਦਾ ਵਨ ਅ ਸੋਲਿਡ ਹੀਟਡ, ਜਦੋਂ ਕਿਸੇ ਸੋਲਿਡ ਨੂੰ ਗਰਮ ਕਰਦੇ ਆ ਤਾਂ ਉਹ ਐਨਰਜੀ ਲੈ ਲੈਂਦਾ, ਅਤੇ ਉਹਦੇ ਮੋਲੀਕਿਊਲਸ ਐਨਰਜੀ ਲੈ ਲੈਂਦੇ ਨੇ ਅਤੇ ਵਾਈਬ੍ਰੇਟ ਕਰਦੇ ਆ ਜ਼ਿਆਦਾ ਸਪੀਡ ਨਾਲ, ਇੱਕ ਦੂਜੇ ਨਾਲ ਟਕਰਾਉਂਦੇ ਆ ਅਤੇ ਟਰਾਂਸਫਰ ਕਰ ਦਿੰਦੇ ਆ ਹੀਟ ਨੂੰ ਅੱਗੇ ਨੈਕਸਟ ਪਾਰਟੀਕਲਸ ਨੂੰ। ਉਸ ਤਰ੍ਹਾਂ ਨੈਕਸਟ ਪਾਰਟੀਕਲ ਨੂੰ ਅਪ ਟੂ ਦਾ ਐਂਡ ਔਰ ਹੋਲ ਆਬਜੈਕਟ ਦੇ। ਜੇ ਇਸ ਪਾਸੇ ਨੂੰ ਮੈਂ ਗਰਮ ਕਰਨਾ ਸਟਾਰਟ ਕਰ ਦੇਵਾਂ ਤਾਂ ਇੱਥੋਂ ਹੌਲੀ ਹੌਲੀ ਪਾਰਟੀਕਲ ਨੇ ਇਹਨੂੰ ਅੱਗੇ 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 ਜਦ ਤੱਕ ਸਾਰਾ ਟੇਬਲ ਦੇ ਐਂਡ ਤੱਕ ਇੱਥੇ ਤੱਕ ਪਹੁੰਚ ਜਾਣੀ ਆ ਹੀਟ ਗਰਮ। ਦੂਸਰੀ ਐਕਟੀਵਿਟੀ ਇਸ ਨੂੰ ਸਮਝਾਉਣ ਲਈ ਹੈ ਕਿ ਇੱਕ ਰੋਡ ਲੈ ਲਓ, ਠੀਕ ਆ, ਉਹਦੇ ਉੱਤੇ ਕੈਂਡਲ ਵੈਕਸ ਲਾ ਦਿਓ ਅਤੇ ਉਹਦੀ ਇੱਕ ਸਾਈਡ ਨੂੰ ਰੋਡ ਦੀ ਨੂੰ ਆਇਰਨ ਦੀ ਰੋਡ ਲੈ ਲਓ, ਇੱਕ ਸਾਈਡ ਨੂੰ ਉਹਦੀ ਨੂੰ ਕੈਂਡਲ ਦੇ ਨਾਲ ਹੀਟ ਕਰੋ। ਤੁਸੀਂ ਦੇਖੋਗੇ ਕਿ ਜਿਹੜੀ ਵੈਕਸ ਆ ਉਹ ਪਹਿਲਾਂ ਉਹ ਡਿੱਗੂ ਜਿਹੜੀ ਪਹਿਲੇ ਨੰਬਰ 'ਤੇ ਆ, ਮਤਲਬ ਹੀਟ ਇੱਥੋਂ ਮੂਵ ਕਰਕੇ ਇਹਦੇ ਕੋਲੇ ਆ ਗਈ, ਇਹ ਗਰਮ ਹੋ ਗਈ, ਇਹ ਮੈਲਟ ਹੋ ਗਈ, ਫਿਰ ਇਹਦੇ ਕੋਲੇ ਆਈ, ਇਹ ਮੈਲਟ ਹੋ ਗਈ। ਇਸ ਤਰ੍ਹਾਂ ਉਹ ਅੱਗੇ ਅੱਗੇ ਐਨਰਜੀ ਮੋਲੀਕਿਊਲਸ ਹੀਟ ਐਨਰਜੀ ਟਰਾਂਸਫਰ ਕਰੀ ਜਾਂਦੇ ਨੇ ਅਤੇ ਅਪ ਟੂ ਦਾ ਐਂਡ। ਕਹਿੰਦਾ ਫਰੋਮ ਉੱਪਰਲੀਆਂ ਐਕਟੀਵਿਟੀਜ਼ 'ਚੋਂ ਕੀ ਰਿਜ਼ਲਟ ਨਿਕਲਦਾ? ਇਹ ਰਿਜ਼ਲਟ ਇਹ ਨਿਕਲਦਾ ਕਿ ਦੇਅਰ ਇਜ਼ ਡਿਫਰੈਂਸ ਇਨ ਟੈਂਪਰੇਚਰ between two bodies or two ends of the same body। ਕਿ ਟੈਂਪਰੇਚਰ ਡਿਫਰੈਂਸ ਹੋਣਾ ਚਾਹੀਦਾ ਦੋ ਚੀਜ਼ਾਂ 'ਚ, ਸਮਝ ਗਏ ਕਿ ਨਹੀਂ? ਡਿਫਰੈਂਸ ਇਨ ਟੈਂਪਰੇਚਰ ਬਿਟਵੀਨ ਦੋ ਬੋਡੀਜ਼ ਦੇ ਟੈਂਪਰੇਚਰ 'ਚ ਡਿਫਰੈਂਸ ਹੋਣਾ ਚਾਹੀਦਾ। ਆ ਗਰਮ ਆ ਠੰਡੀ ਆ। ਟੂ ਬੋਡੀਜ਼ ਆਰ ਇਨ ਡਾਇਰੈਕਟ ਕੰਟੈਕਟ, ਦੋਨੇ ਡਾਇਰੈਕਟ ਕੰਟੈਕਟ 'ਚ ਹੋਣ, ਹੋਰ ਨਾ ਵਿਚਾਲੇ ਇੱਥੇ ਆਪਾਂ ਲਾ ਦਈਏ, ਸਪੋਜ਼ ਕਰੋ ਕਿ ਮੈਂ ਇੱਥੇ ਫਿੱਟ ਕਰਦਾ ਗਲਾਸ, ਫਿਰ ਇਹ ਬਹੁਤ ਥੋੜ੍ਹੀ ਜਾਊ ਗਰਮ ਕਰੂਗੀ ਰੋਡ ਨੂੰ ਜੇ ਥੱਲੇ ਗਲਾਸ ਫਿੱਟ ਕਰਦੀ। ਡਾਇਰੈਕਟ ਕੰਟੈਕਟ 'ਚ ਹੋਣ, ਦੋਨਾਂ ਦਾ ਟੈਂਪਰੇਚਰ 'ਚ ਫਰਕ ਹੋਵੇ, ਇਹ ਗਰਮ ਆ ਇਹ ਠੰਡੀ ਆ, ਦੋਨਾਂ ਦਾ ਟੈਂਪਰੇਚਰ ਅਲੱਗ ਅਲੱਗ ਹੋਵੇ। ਨੈਕਸਟ ਵੀ 1 2 ਗੁੱਡ ਕੰਡਕਟਰਸ ਆਫ ਹੀਟ ਬਹੁਤ ਵਾਰੀ ਕੀਤੇ ਨੇ। ਮਟੀਰੀਅਲ ਦੈਟ ਅਲਾਓ ਦਾ ਹੀਟ, ਜਿਹੜੇ ਆਪਣੇ ਵਿੱਚ ਦੀ ਹੀਟ ਲੰਘਣ ਦੇਣ ਉਹਨਾਂ ਨੂੰ ਗੁੱਡ ਕੰਡਕਟਰ ਕਹਿੰਦੇ ਆ। ਆਇਰਨ, ਕਾਪਰ, ਜਿੰਨੀਆਂ ਵੀ ਮੈਟਲ ਨੇ, ਅਲਮੀਨੀਅਮ, ਸਟੀਲ, ਇਹ ਗੁੱਡ ਕੰਡਕਟਰ ਨੇ।
ਕੁਕਿੰਗ ਯੂਟੈਂਸਿਲਸ ਜਿਹੜੇ ਭਾਂਡੇ ਨੇ ਜਿਨ੍ਹਾਂ ਤੋਂ ਆਪਾਂ ਨੂੰ ਖਾਣਾ ਬਣਦਾ ਆ, ਠੀਕ ਆ, ਦੇਜ਼ ਆਰ ਮੇਡ ਫਰੋਮ, ਉਹ ਵੀ ਗੁੱਡ ਕੰਡਕਟਰ ਦੇ ਨੇ, ਕਾਪਰ ਦੇ ਬਣੇ ਹੁੰਦੇ ਆ, ਸਟੇਨਲੈਸ ਸਟੀਲ ਦੇ, ਆਇਰਨ ਦੇ, ਐਲੂਮੀਨੀਅਮ ਦੇ, ਐਂਡ ਦੇ ਈਜ਼ਲੀ ਟਰਾਂਸਫਰ ਹੀਟ ਫਰੋਮ ਬਰਨਰ ਐਂਡ ਹੈਲਪ ਇਨ ਕੁਕਿੰਗ ਫੂਡ। ਉਹਨਾਂ ਦੇ ਵਿੱਚ ਹੀਟ ਬਰਨਰ ਤੋਂ ਫੂਡ ਤੱਕ ਜਾਂਦੀ ਹੈ ਜਿਹਦੇ ਨਾਲ ਫੂਡ ਕੁੱਕ ਹੋ ਜਾਂਦਾ ਆ। ਗੁੱਡ ਕੰਡਕਟਰ ਇਸ ਤੋਂ ਬਿਨਾਂ ਸੋਲਰ ਹੀਟਰ 'ਚ ਵੀ ਯੂਜ਼ ਹੁੰਦੇ ਨੇ, ਸੋਲਰ ਪਾਈਪਸ, ਸੋਲਰ ਕੁੱਕਰਸ ਦੇ ਵਿੱਚ ਵੀ। ਨੈਕਸਟ ਹੈਗਾ ਬੈਡ ਕੰਡਕਟਰ ਦੈਟ ਡੂ ਨੋਟ ਅਲਾਉ ਦਾ ਹੀਟ ਟੂ ਪਾਸ ਥਰੂ ਦੈਮ ਈਜ਼ਲੀ, ਜਿਨ੍ਹਾਂ 'ਚ ਹੀਟ ਨਹੀਂ ਨਿਕਲਦੀ ਉਹਨਾਂ ਨੂੰ ਅਸੀਂ ਬੈਡ ਕੰਡਕਟਰ ਔਰ ਇੰਸੂਲੇਟਰ ਕਹਿੰਦੇ ਹਾਂ। ਨੋਨ ਮੈਟਲਸ ਨੇ ਵੁੱਡ, ਪਲਾਸਟਿਕ, ਗਲਾਸ, ਇਹ ਤੁਹਾਡੇ ਇੰਸੂਲੇਟਰਸ ਨੇ। ਨੋਨ ਮੈਟਲ ਮੋਲੀਕਿਊਲਸ ਉਹਦੇ ਵਿੱਚ ਕਲੋਜ਼ਲੀ ਨੇ, ਪੈਕ ਨੇ, ਬਟ ਵੈਰੀ ਫਿਊ ਪਾਰਟੀਕਲਸ ਇਨ, ਕੁਛ ਨੇ ਜਿਹੜੇ ਕਲੋਜ਼ਲੀ ਤਾਂ ਪੈਕ ਨੇ ਪਰ ਕੁਝ ਪਾਰਟੀਕਲਸ ਨੇ ਦੈਟ ਆਰ ਇਨ ਰੈਂਡਮ ਮੋਸ਼ਨ ਦੇ ਨੇ। ਲਿਕੁਇਡ ਤੇ ਗੈਸਸ ਦੈਟ ਡੂ ਨੋਟ ਕੰਡਕਟ ਹੀਟ ਵੈਲ, ਸੋ ਹੈਜ਼ ਮੋਲੀਕਿਊਲਸ ਇਹਨਾਂ 'ਚ ਬਹੁਤ ਲੂਜ਼ਲੀ ਪੈਕ ਪਏ ਨੇ। ਜਿਨ੍ਹਾਂ 'ਚ ਮੋਲੀਕਿਊਲ ਲੂਜ਼ਲੀ ਪੈਕ ਪਏ ਨੇ ਉਹ ਤੁਹਾਡੇ ਕੀ ਬਣਦੇ ਜਾਣੇ ਨੇ, ਜਿਹੜੇ ਆਪਣੇ ਵਿੱਚ ਦੀ ਹੀਟ ਨਹੀਂ ਨਿਕਲ ਦਿੰਦੇ, ਇਨਸੂਲੇਟਰਸ। ਨੈਕਸਟ ਆ ਗਿਆ ਡੇ ਟੂ ਡੇ ਯੂਜ਼ ਆਫ ਬੈਡ ਕੰਡਕਟਰਸ, ਕਿ ਇਹਨੇ ਜਿਹੜੇ ਬੈਡ ਕੰਡਕਟਰਸ ਨੇ ਲਾਈਕ ਵੁੱਡ, ਪਲਾਸਟਿਕ, ਇਹਨਾਂ ਦਾ ਅਸੀਂ ਕਿਤੇ ਯੂਜ਼ ਕਰਦੇ। ਯੈਸ, ਬਾਕੇਲਾਈਟ ਪਲਾਸਟਿਕ ਦੀ ਇੱਕ ਟਾਈਪ ਆ, ਬਾਕੇਲਾਈਟ ਪਲਾਸਟਿਕ ਦੀ ਇੱਕ ਟਾਈਪ ਆ ਜਿਹਦੇ ਨਾਲ ਆਪਣੇ ਜਿਹੜੇ ਤੁਹਾਡੇ ਕੋਲ ਕੁਕਿੰਗ ਯੂਟੈਂਸਿਲਸ ਨੇ ਇਹਨਾਂ ਦੇ ਹੈਂਡਲ ਬਣਦੇ ਆ, ਆਹ ਵਾਲੇ, ਠੀਕ ਆ, ਹੈਂਡਲਸ ਬਣਦੇ ਆ। ਬੋਡੀਜ਼ ਆਫ ਇਲੈਕਟ੍ਰੀਕਲ ਇੰਸਟਰੂਮੈਂਟ, ਓਵਨ ਦੀਆਂ ਬੋਡੀਜ਼, ਟੋਸਟਰ ਦੀ ਬੋਡੀ ਪਲਾਸਟਿਕ ਦੀ ਹੁੰਦੀ ਆ ਪਰ ਉਹ ਮੈਲਟ ਨਹੀਂ ਹੁੰਦਾ। ਮਾਈਕ੍ਰੋਵੇਵ ਦੀ ਬੋਡੀ ਪਲਾਸਟਿਕ ਦੀ ਹੁੰਦੀ ਹੈ, ਨਹੀਂ ਮੈਲਟ ਹੁੰਦਾ, ਉਹ ਪਲਾਸਟਿਕ ਦਾ ਨਾਮ ਕੀ ਦੱਸਦਾ, ਬਾਕੇਲਾਈਟ ਆ। ਨੰਬਰ 2 ਤੇ ਏਅਰ ਵੀ ਬੈਡ ਕੰਡਕਟਰ ਆ ਹੀਟ ਦੀ। ਇਹਦੀ ਐਗਜ਼ਾਮਪਲ ਮੈਂ ਲੈਂਦੀ ਹਾਂ, ਸਰਦੀਆਂ 'ਚ ਤੁਸੀਂ ਵੂਲਨ ਕਲੌਥਸ ਪਾਉਂਦੇ ਹੋ, ਵੂਲਨ ਕਲੌਥਸ ਦੇ ਵਿੱਚ ਜੇ ਦੇਖੋ ਤਾਂ ਗਲੀਆਂ ਹੁੰਦੀਆਂ ਨੇ, ਪੋਰਸ ਹੁੰਦੇ ਨੇ, ਉਹਨਾਂ ਪੋਰਸ ਦੇ ਵਿੱਚ ਹੀਟ ਵੜ ਜਾਂਦੀ ਹੈ, ਹੀਟ ਟਰੈਪ ਹੋ ਜਾਂਦੀ ਹੈ। ਜਿਹੜੀ ਹੀਟ ਆ ਉਹ ਫਿਰ ਸਾਡੀ ਬੋਡੀ ਦੀ ਹੀਟ ਨੂੰ ਬਾਹਰ ਨਹੀਂ ਨਿਕਲਦੀ ਤੇ ਨਿਕਲਣ ਨਹੀਂ ਦਿੰਦੀ ਤੇ ਸਾਨੂੰ ਗਰਮ ਰੱਖਦੀ ਆ। ਦੈਟ ਮੀਨ ਏਅਰ ਇਜ਼ ਏ ਬੈਡ ਕੰਡਕਟਰ ਆਫ ਹੀਟ। ਮਟੀਰੀਅਲਸ ਵਿਚ ਟਰੈਪ ਏਅਰ, ਜਿਹੜੀਆਂ ਚੀਜ਼ਾਂ ਆਪਣੇ ਵਿੱਚ ਏਅਰ ਨੂੰ ਟਰੈਪ ਕਰ ਲੈਂਦੀਆਂ ਨੇ, ਦੇ ਬਿਕਮ ਵੈਰੀ ਗੁੱਡ ਇਨਸੂਲੇਟਰ ਬਣ ਜਾਂਦੀਆਂ ਨੇ ਹੀਟ ਦੀਆਂ, ਐਂਡ ਪ੍ਰੀਵੈਂਟ ਦਾ ਲਾਸ ਔਰ ਗੇਨ ਆਫ ਹੀਟ। ਨਾ ਉਹਨਾਂ 'ਚੋਂ ਨਵੀਂ ਹੀਟ ਲੈਂਦੀਆਂ ਨੇ ਬਾਹਰੋਂ ਤੇ ਨਾ ਛੱਡਣ ਦਿੰਦੀਆਂ ਨੇ। ਕਾਟਨ ਦੇ ਜਿਹੜੇ ਕੋਇਲਸ ਨੇ, ਰਜਾਈਆਂ ਨੇ ਤੁਹਾਡੀਆਂ, ਵੂਲਨ ਕਲੌਥਸ ਨੇ, ਇਹ ਹੀਟ ਨੂੰ ਟਰੈਪ ਕਰ ਲੈਂਦੇ ਨੇ ਤੇ ਸਾਡੀ ਬੋਡੀ ਨੂੰ ਵਾਰਮ ਰੱਖਦੇ ਨੇ। ਇਸ ਤੋਂ ਬਿਨਾਂ ਬੈਸਟੋਜ਼, ਥਰਮੋਕੋਲ, ਹੋਲੋ ਬ੍ਰਿਕਸ ਨਹੀਂ ਦੇਖੀਆਂ ਨੇ ਕਦੇ, ਹੁਣ ਵੱਡੀਆਂ ਟਾਉਣ ਲੱਗ ਗਈਆਂ ਡੁੱਡੀਆਂ ਐਨੇ ਸਾਈਡਸ ਦੇ ਉੱਤੇ ਤਾਂ ਇੱਟਾਂ ਵਿਚਾਲਿਓਂ ਖਾਲੀ ਆ, ਉਹਦੇ 'ਚ ਹਵਾ ਭਰੀ ਹੋਈ ਹੈ। ਲੋਕ ਇਹਦੇ ਨਾਲ ਘਰ ਬਣਾਉਣ ਲੱਗ ਗਏ, ਬਿਲਡਿੰਗਸ ਬਣਾਉਂਦੇ ਨੇ, ਕੰਸਟਰਕਸ਼ਨ ਲਈ ਯੂਜ਼ ਕਰਦੇ ਨੇ। ਉਹ ਫਿਰ ਜਿਹੜੀ ਵਿੱਚ ਹਵਾ ਆ ਉਹ ਉਹਨਾਂ ਨੂੰ ਸਮਰ ਦੇ ਵਿੱਚ ਤਾਂ ਕੂਲ ਰੱਖਦੀ ਆ, ਹੀਟ ਨਹੀਂ ਬਾਹਰੋਂ ਆਉਣ ਦਿੰਦੀ, ਤੇ ਗਰਮੀਆਂ ਵਿੰਟਰ ਦੇ ਵਿੱਚ ਅੰਦਰਲੀ ਹੀਟ ਬਾਹਰ ਨਹੀਂ ਜਾਣ ਦਿੰਦੀ ਤੇ ਗਰਮ ਰੱਖਦੀ ਹੈ। ਆਵਰ ਫੂਡ ਰਿਮੇਨ ਵਾਰਮ, ਸਾਡਾ ਫੂਡ ਵੀ ਗਰਮ ਰਹਿੰਦਾ, ਕੋਲਡ ਠੰਡਾ ਵੀ ਰਹਿੰਦਾ। ਫਲਾਸਕ, ਲੰਚ ਬਾਕਸ ਸਾਡੇ ਇਸ ਤਰ੍ਹਾਂ ਦੇ ਬਣੇ ਹੁੰਦੇ ਨੇ, ਉਹ ਡਬਲ ਲੇਅਰ ਦੇ ਬਣੇ ਹੁੰਦੇ ਨੇ, ਇੱਕ ਲੇਅਰ, ਦੂਸਰੀ ਲੇਅਰ, ਵਿਚਾਲੇ ਏਅਰ। ਆਈਸ ਮੈਲਟ ਨਹੀਂ ਕਰਦੀ ਜੇ ਥਰਮੋਕੋਲ ਬਾਕਸ ਦੇ ਵਿੱਚ ਹੋਵੇ, ਕਿਉਂਕਿ ਜਿਹੜੀਆਂ ਥਰਮੋਕੋਲ ਦੀਆਂ ਬੋਲਸ ਨੇ ਉਹ ਵੀ ਆਪਣੇ 'ਚ ਏਅਰ ਨੂੰ ਟਰੈਪ ਕਰ ਲੈਂਦੀਆਂ ਨੇ। ਆਈਸ ਇਜ਼ ਆਲਸੋ ਏ ਬੈਡ ਕੰਡਕਟਰ, ਉਸ ਤੋਂ ਬਿਨਾਂ ਆਈਸ ਵੀ ਬੈਡ ਕੰਡਕਟਰ ਹੈ ਹੀਟ ਦੀ। ਤਾਂ ਹੀ ਤਾਂ ਐਸਕੀਮੋਜ਼ ਜਿਹੜੇ ਇਗਲੋ, ਬਰਫ਼ ਦੇ ਘਰ ਦੇ ਵਿੱਚ ਰਹਿੰਦੇ ਆ, ਇਗਲੋ ਕੀ ਆ, ਅ ਹਾਊਸ ਮੇਡ ਅਪ ਆਫ ਸਨੋ। ਕਿਉਂ ਸਨੋ ਕੀ ਆ, ਇਹਨਾਂ ਦੀ ਅੰਦਰਲੀ ਹੀਟ ਬਾਹਰ ਨਹੀਂ ਆਉਣ ਦਿੰਦੀ ਤੇ ਉਹਨਾਂ ਨੂੰ ਘਰ ਨੂੰ, ਉਹਨਾਂ ਦੇ ਨੂੰ ਵਾਰਮ ਰੱਖਦੀ ਆ। ਨੈਕਸਟ ਇਜ਼ ਵਾਟਰ ਸਟਰੀਮਸ। ਵਾਟਰ ਸਟਰੀਮਸ ਆ ਗਈਆਂ ਤੁਹਾਡੀਆਂ, ਨਦੀਆਂ ਦੇਖੀਆਂ ਨੇ ਪਾਣੀ ਵਾਲੀਆਂ, ਉਹ ਉੱਪਰੋਂ ਜੰਮ ਜਾਂਦੀਆਂ ਨੇ, ਹੈ ਨਾ, ਸਨੋ ਵਿਦਾਊਟ ਫਰੀਜ਼ਿੰਗ, as heat of water is not allowed to escape through snow and water itself is a bad conductor। ਉੱਪਰਲਾ ਪਾਰਟ ਉਹਨਾਂ ਦਾ ਜੰਮ ਜਾਂਦਾ ਪਰ ਥੱਲੇ ਪਾਣੀ ਉਵੇਂ ਹੀ ਚੱਲਦਾ ਰਹਿੰਦਾ। ਕਿਉਂ, ਸਨੋ ਜਿਹੜੀ ਉੱਪਰਲੀ ਠੰਡ ਆ ਉਹਨੂੰ ਥੱਲੇ ਨਹੀਂ ਜਾਣ ਦਿੰਦੀ, ਹੀਟ ਦਾ ਕੰਮ ਕਰਦੀ ਆ, ਤਾਂ ਥੱਲੇ ਪਾਣੀ ਉਸ ਤਰ੍ਹਾਂ ਹੀ ਫਲੋ ਕਰਦਾ, ਉਹਦੇ ਵਿੱਚ ਫਿਸ਼ਸ ਉਸ ਤਰ੍ਹਾਂ ਹੀ ਜਿਉਂਦੀਆਂ ਰਹਿੰਦੀਆਂ ਨੇ, ਜੰਮਦੀਆਂ ਨਹੀਂ। ਐਜ਼ ਹੀਟ ਆਫ ਵਾਟਰ ਨਾਟ, ਇਸ ਤੋਂ ਬਿਨਾਂ ਪਾਣੀ ਦੀ ਵੀ ਹੀਟ ਨੂੰ ਬਾਹਰ ਨਹੀਂ ਨਿਕਲਣ ਦਿੰਦੀ, ਬਾਹਰੋਂ ਠੰਡ ਅੰਦਰ ਨਹੀਂ ਆਉਣ ਦਿੰਦੀ, ਤਾਂ ਥੱਲੇ ਕੀ ਹੁੰਦਾ, ਉਵੇਂ ਹੀ ਫਿਸ਼ਸ ਵਗੈਰਾ ਰਹਿ ਰਹੀਆਂ ਹੁੰਦੀਆਂ ਨੇ, ਉੱਪਰ ਬੇਸ਼ੱਕ ਦੀ ਸਨੋ ਦੀ ਲੇਅਰ ਆ ਜਾਂਦੀ ਆ। ਦਿਸ ਇਜ਼ ਸੀਗਾ ਤੁਹਾਡਾ ਇੱਥੇ ਤੱਕ
ਕੰਡਕਸ਼ਨ। ਨੈਕਸਟ ਟੌਪਿਕ ਆ ਗਿਆ ਕਨਵੈਕਸ਼ਨ।